बिखै बन फीका त्याग रि सखिए, नाम महारस पियो। ਨਾਮ ਮਹਾਰਸ। ਸੰਸਾਰ ਦਾ ਤੁੱਛ ਰਸ ਛੱਡੋ ਤੇ ਤੁੱਛ ਰਸ ਨੂੰ ਛੱਡਣ ਵਾਸਤੇ ਮਹਾਰਸ ਦੀ ਗੱਲ ਕੀਤੀ ਜਾਂਦੀ ਹੈ, ਪਰਮ ਰਸ ਦੀ ਗੱਲ ਕੀਤੀ ਜਾਂਦੀ ਹੈ, ਪਰਮ ਸਵਾਦ ਦੀ ਗੱਲ ਕੀਤੀ ਜਾਂਦੀ ਹੈ, ਤਾਂ ਕਿ ਤੁਸੀਂ ਛੱਡ ਸਕੋ ਤੁੱਛ ਰਸ ਨੂੰ। ਸੰਸਾਰ ਨੂੰ ਛੱਡਣ ਵਾਸਤੇ ਕਹਿੰਦੇ ਪ੍ਰਮਾਤਮਾ ਦੀ ਗੱਲ ਕੀਤੀ ਜਾਂਦੀ ਹੈ। ਸੰਸਾਰ ਵੱਲੋਂ ਧਿਆਨ ਹਟਾਉਣ ਵਾਸਤੇ ਕਿਹਾ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਜਪੋ। ਤੇ ਪ੍ਰਮਾਤਮਾ ਦਾ ਨਾਮ ਵੀ ਛੱਡਣਾ ਹੈ, ਉਹਨੂੰ ਛੱਡਣ ਵਾਸਤੇ ਹੀ ਗੁਰੂ ਦੀ ਲੋੜ ਹੁੰਦੀ ਹੈ। ਸੰਸਾਰ ਨੂੰ ਛੱਡਣ ਵਾਸਤੇ ਗੁਰੂ ਦੀ ਲੋੜ ਨਹੀਂ ਹੁੰਦੀ ਹੈ, ਖਿਆਲ ਵਿੱਚ ਰੱਖੋ। ਵਿਖਿਆਂ ਦੇ ਰਸ ਛੱਡਣ ਵਾਸਤੇ ਤੇ ਜ਼ਰੂਰੀ ਨਹੀਂ ਹੈ ਵੀ ਗੁਰੂ ਹੋਵੇ, ਇਹ ਤੇ ਸਮਝਦਾਰ ਆਦਮੀ ਆਪੇ ਹੀ ਛੱਡ ਦਿੰਦਾ ਹੈ। ਜਿਹੜਾ ਜਾਣ ਹੀ ਲੈਂਦਾ ਹੈ ਵਿਅਰਥ ਹੈ, ਅਸਤ ਹੈ, ਅਸਾਰ ਹੈ, ਝੂਠ ਹੈ, ਕੂੜ, ਉਹ ਛੱਡ ਹੀ ਦਿੰਦਾ ਹੈ ਨਾ। ਤੇ ਜਿਹੜਾ ਬੇਸਮਝ ਹੈ ਤੇ ਉਹ ਤੇ ਗੁਰੂ ਦੀ ਵੀ ਗੱਲ ਕਿੱਥੇ ਸੁਣੇਗਾ, ਉਹ ਸੁਣਦਾ ਹੀ ਨਹੀਂ। ਉਹ ਸਗੋਂ ਇਹ ਵਿਸ਼ਿਆਂ ਨੂੰ ਪੂਰੇ ਕਰਨ ਵਿੱਚ ਵੀ ਗੁਰੂ ਦਾ ਸਹਾਰਾ ਲੈਂਦਾ ਹੈ। ਤੇ ਜਿਹੜਾ ਸਮਝਦਾਰ ਹੈ ਉਹਨੂੰ ਪਤਾ ਲੱਗਦਾ ਹੈ ਤੋ ਛੱਡ ਦਿੰਦਾ ਹੈ ਵਿਖੇ ਰਸ। ਇਹ ਵਿਸੰਗੰਦਣਾ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ। ਫਰੀਜ ਕਹਿੰਦੇ ਇੱਕ ਰਹਿ ਗਏ, ਸਮਝਦਾਰ ਹੋਣਗੇ, ਇੱਕ ਸਾਰਾ ਕੁਛ ਹੀ ਗਵਾ ਗਏ। ਤੇ ਜਿਹੜੇ ਰਹਿ ਗਏ, ਜਿਨ੍ਹਾਂ ਨੇ ਦੇਖਿਆ ਵੀ ਉੱਤੇ ਉੱਤੇ ਸਵਾਦ ਹੈ, ਅੰਦਰ ਤੇ ਜ਼ਹਿਰ ਹੈ, ਇਹਨਾਂ ਦੇ ਜਾਣ ਲਿਆ ਤਾਂ ਉਹਨਾਂ ਨੂੰ ਵੈਰਾਗ ਪੈਦਾ ਹੋ ਗਿਆ, ਉਹ ਚੱਲ ਪਏ। ਤਾਂ ਉਹਨਾਂ ਨੇ ਪ੍ਰਮਾਤਮਾ ਦਾ ਸਹਾਰਾ ਫੜਿਆ। ਪ੍ਰਮਾਤਮਾ ਵੀ ਇੱਕ ਸਹਾਰਾ ਹੈ ਸੰਸਾਰ ਨੂੰ ਛੁੱਟਣ ਵਾਸਤੇ। ਪ੍ਰਮਾਤਮਾ ਦਾ ਨਾਮ ਸਹਾਰਾ ਹੈ, ਪ੍ਰਮਾਤਮਾ ਦਾ ਧਿਆਨ ਸਹਾਰਾ ਹੈ ਸੰਸਾਰ ਨੂੰ ਛੱਡਣ ਵਾਸਤੇ। ਛੱਡਣਾ ਸਹਾਰਾ ਵੀ ਹੈ, ਪਰ ਪਹਿਲਾਂ ਸਹਾਰੇ ਦੁਆਰਾ ਸੰਸਾਰ ਛੁੱਟਦਾ ਹੈ। ਫਿਰ ਦੂਸਰਾ ਪ੍ਰਮਾਤਮਾ ਦਾ ਸਹਾਰਾ ਛੱਡਣ ਵਾਸਤੇ ਗੁਰੂ ਦੀ ਲੋੜ ਹੁੰਦੀ ਹੈ, ਕਿਉਂਕਿ ਉਹ ਬੜਾ ਪ੍ਰਿਯ ਹੈ, ਬੜਾ ਪਿਆਰਾ ਹੈ। ਉਹ ਰਸ ਜਿਹੜਾ ਹੈ ਨਾ ਅੰਦਰਲਾ, ਬਹੁਤ ਪਿਆਰਾ ਹੈ, ਉਹਨੂੰ ਮਨ ਕਿੱਥੇ ਛੱਡਦਾ ਹੈ। ਤੇ ਬਾਹਰਲਾ ਰਸ ਤੇ ਛੱਡ ਹੀ ਦਿੰਦਾ ਹੈ, ਕੋਈ ਖਾਸ ਗੱਲ ਨਹੀਂ। ਫਿਰ ਅੰਦਰਲਾ ਰਸ ਤੇ ਮਨ ਪਕੜਦਾ ਹੈ। ਤੇ ਸਹਾਰਾ ਜਿਹੜਾ ਹੈ ਪ੍ਰਮਾਤਮਾ ਦਾ ਨਾਮ, ਇਹ ਵੀ ਇੱਕ ਸਹਾਰਾ ਹੀ। ਜਿਵੇਂ ਕੱਲ ਹੀ ਇੱਕ ਮਾਈ ਦਾ ਟੈਲੀਫੋਨ ਆਇਆ ਸੀ, ਉਹ ਕਹਿੰਦੀ ਇੱਕ ਵੱਡੇ ਮਹਾਂਪੁਰਸ਼ਾਂ ਨੇ ਮੈਨੂੰ ਨਾਮ ਦਿੱਤਾ ਸੀ ਤੇ ਮੇਰੇ ਅੰਦਰ ਵੀ ਚੱਲਦਾ ਹੈ। ਤੇ ਪਹਿਲਾਂ ਤਾਂ ਠੀਕ ਸੀ, ਹੁਣ ਜਦੋਂ ਨਾਮ ਚੱਲਦਾ ਹੈ ਤੇ ਉਦੋਂ ਸਾਹ ਬਹੁਤ ਚੜ੍ਹਦਾ ਹੈ, ਟੈਨਸ਼ਨ ਹੁੰਦੀ ਤੇ ਮਿਲਦਾ ਵੀ ਕੁਝ ਨਹੀਂ। ਤੇ ਮੈਂ ਉਹਨੂੰ ਕਿਹਾ ਮੈਂ ਛੱਡ ਦੇ, ਪਰ ਉਹ ਛੱਡੇ ਕਿਵੇਂ।
ਕਹਿੰਦੀ ਬੜੇ ਵੱਡੇ ਮਹਾਂਪੁਰਸ਼ਾਂ ਨੇ ਦਿੱਤਾ ਸੀ। ਦੱਸੋ, ਮਹਾਂਪੁਰਸ਼ ਵੀ ਨਹੀਂ ਦੱਸਦੇ ਹਨ ਵੀ ਇੱਕ ਸਹਾਰਾ ਹੈ, ਇਹਦੇ ਦੁਆਰਾ ਮਨ ਨੂੰ ਟਿਕਾਉਣਾ ਹੈ। ਸਿਰਫ ਬਾਹਰ ਜਾਂਦਾ ਠਾਕ ਰਹਾ ਹੈ, ਰੋਕਣਾ ਹੈ। ਬਾਹਰ ਜਾਂਦਾ ਹੋਏ ਸ਼ਬਦ ਦੁਆਰਾ ਰੁਕ ਸਕਦਾ ਹੈ, ਧਿਆਨ ਦੁਆਰਾ ਰੁਕ ਸਕਦਾ ਹੈ। ਕਹਿੰਦੇ ਹਨ ਜਿਉਂ ਮੰਦਰ ਕੋ ਥਾਮੇ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਸਥੰਮਨ। ਗੁਰੂ ਦੇ ਸ਼ਬਦ ਦੁਆਰਾ ਥੰਮਿਆ ਗਿਆ, ਪਰ ਸ਼ਬਦ ਵੀ ਫਿਰ ਛੱਡਣਾ ਹੈ ਨਾ। ਮਨ ਤੇ ਥੰਮਿਆ ਗਿਆ, ਮਨ ਤੇ ਹੈ ਹੀ ਨਾ, ਇਕਾਗਰ ਹੋ ਗਿਆ। ਫਿਰ ਇਕਾਗਰ ਹੋਇਆ ਭੇਟ ਕਰਨਾ ਹੈ ਮਨ। ਇਹ ਬਹੁਤ ਕਠਿਨ ਹੈ। ਪਹਿਲਾ ਕਦਮ ਬਹੁਤ ਸਾਧਕ ਪੱਟ ਲੈਂਦੇ ਹਨ ਸੰਸਾਰ ਵੱਲੋਂ, ਦੂਸਰਾ ਕਦਮ ਜਿਹੜਾ ਹੈ ਨਾ, ਉਹ ਕੋਈ ਵਿਰਲਾ ਹੀ ਪੱਟਦਾ ਹੈ। ਕਿਉਂਕਿ ਦੂਸਰਾ ਕਦਮ ਆਪਣੇ ਆਪ ਪੱਟਣਾ ਨਹੀਂ ਹੈ। ਅਗਰ ਤੁਸੀਂ ਆਪਣੇ ਆਪ ਹੀ ਪੱਟੋਗੇ ਤੇ ਪੱਟਣ ਵਾਲੇ ਤੇ ਤੁਸੀਂ ਬਣੋਗੇ ਨਾ। ਤੇ ਸੰਸਾਰ ਵੱਲੋਂ ਧਿਆਨ ਹਟਾਉਣਾ ਸੁਖਾਲਾ ਹੈ। ਪਹਿਲੀ ਗੱਲ ਤੇ ਉਹ ਵੀ ਬੜਾ ਔਖਾ ਹੈ, ਕਈਆਂ ਦਾ ਹਟ ਹੀ ਨਹੀਂ ਰਿਹਾ, ਸੋਚੀ ਜਾਂਦੇ ਸੰਸਾਰ ਵਾਲੇ। ਪਰ ਕਿਸੇ ਕਿਸੇ ਗੁਰਮੁਖ ਪਿਆਰੇ ਦਾ ਹਟ ਰਿਹਾ ਹੈ। ਤੇ ਜਿਹਨੇ ਆਹ ਦੂਸਰੇ ਗਰੁੱਪ ਦੇ ਵਿੱਚ ਵੀ ਆਡੀਓ ਪਾਈ ਹੋਈ ਹੈ ਨਾ, ਇਹਦਾ ਵੀ ਹਟਿਆ ਹੈ ਥੋੜ੍ਹਾ ਜਿਹਾ ਧਿਆਨ। ਤੇ ਇਹਨੂੰ ਵੀ ਅੰਦਰ ਉਹ ਰਸ ਮਿਲਿਆ ਜਿਹੜੇ ਰਸ ਦੀ ਗੱਲ ਕੱਲ੍ਹ ਇੱਕ ਗੁਰਮੁਖੀ ਪਿਆਰੇ ਦੀ ਕਰ ਰਹੇ ਸਾਂ। ਤੇ ਵੈਸਾ ਹੀ ਇਹਨੂੰ ਵੀ ਅਨੁਭਵ ਹੋਇਆ ਸੀ। ਉਹ ਸਮੇਂ ਤੋਂ ਪਾਰ, ਉਹ ਸੁਖਦਾਈ, ਉਹ ਸ਼ਾਂਤਮਈ, ਉਹ ਆਨੰਦਮਈ। ਤੇ ਇਹਨੇ ਟੈਲੀਫੋਨ ਵੀ ਕੀਤਾ ਸੀ ਮੈਨੂੰ, ਤੇ ਮੈਂ ਇਹਨੂੰ ਵੀ ਵੈਸੇ ਹੀ ਸੁਚੇਤ ਕੀਤਾ ਸੀ ਜੈਸਾ ਉਸ ਗੁਰਮੁਖ ਪਿਆਰੇ ਨੂੰ ਕਿਹਾ ਸੀ ਵੀ ਤੂੰ ਇਹਦੀ ਵਾਸ਼ਨਾ ਨਹੀਂ ਬਣਾਉਣੀ, ਕਾਮਨਾ ਨਹੀਂ ਬਣਾਉਣੀ, ਇੱਛਾ ਨਹੀਂ ਬਣਾਉਣੀ। ਜੇ ਬਣਾ ਲਈ ਤੇ ਤੇਰੀ ਮੈਂ ਵਿੱਚ ਆ ਜਾਣੀ ਹੈ, ਤੇ ਤੂੰ ਫਿਰ ਪਿੱਛੇ ਆ ਜਾਣਾ ਹੈ। ਪਰ ਆਦਮੀ ਰਹਿ ਨਹੀਂ ਸਕਦਾ ਹੈ। ਤੁਸੀਂ ਖਿਆਲ ਕਰੋ, ਛੋਟੇ ਮੋਟੇ ਸੁੱਖ ਦੀ ਹੀ ਵਾਸ਼ਨਾ ਨਹੀਂ ਤੁਸੀਂ ਛੱਡਦੇ ਹੋ। ਸੰਸਾਰਿਕ ਸੁੱਖ ਕਿੱਡੇ ਕੁ ਵੱਡੇ ਹਨ, ਕਿਤੇ ਬਹੁਤੇ ਸੁੱਖ ਨਹੀਂ ਹਨ, ਫਿਰ ਵੀ ਵਾਸ਼ਨਾ ਨਹੀਂ ਛੁੱਟਦੀ। ਆਦਮੀ ਕਹਿੰਦਾ ਹੋਰ ਭੋਗਾਂ, ਹੋਰ ਭੋਗਾਂ। ਕਿੰਨੀ ਚਾਹਤ ਹੁੰਦੀ, ਪਰ ਅੰਦਰਲਾ ਜਿਹੜਾ ਰਸ ਹੈ ਉਹਦੀ ਚਾਹਤ ਕਿਵੇਂ ਛੁੱਟੇ? ਬਹੁਤ ਕਠਿਨ ਹੈ ਛੱਡਣੀ। ਆਦਮੀ ਕਹਿੰਦਾ ਫੇਰ ਆਵੇ, ਫੇਰ ਆਵੇ। ਜਦੋਂ ਕਹਿ ਤਾ ਫੇਰ ਆਵੇ, ਹੋਰ ਆਵੇ, ਉਦੋਂ ਆਉਣਾ ਹੀ ਨਹੀਂ ਹੈ, ਕਿਉਂਕਿ ਮਨ ਆ ਗਿਆ ਵਿੱਚ। ਜਦੋਂ ਆਇਆ ਸੀ ਉਦੋਂ ਸਹਿਜ ਸੁਭਾਏ ਆਇਆ ਸੀ, ਮਨ ਨਹੀਂ ਸੀ। ਫਿਰ ਮਨ ਆ ਗਿਆ, ਚਾਹਤ ਪੈਦਾ ਹੋਊਗੀ। ਤੇ ਦੂਸਰੀ ਗੱਲ ਮੈਂ ਇਹ ਕਹੀ ਸੀ, ਇਹ ਜੋ ਰਸ ਆਇਆ ਹੈ ਨਾ, ਇਹ ਪ੍ਰਭੂ ਕਿਰਪਾ ਦੁਆਰਾ, ਗੁਰੂ ਕਿਰਪਾ ਦੁਆਰਾ ਆਉਂਦਾ ਹੈ। ਤੇ ਅਗਰ ਇਹ ਖਿਆਲ ਆ ਗਿਆ ਨਾ ਵੀ ਇਹ ਮੇਰੇ ਕਾਰਨ ਆ ਰਿਹਾ ਹੈ, ਮੈਂ ਧਿਆਨ ਦੇ ਵਿੱਚ ਪਹੁੰਚ ਗਿਆ ਹਾਂ ਤਾਂ ਹੀ ਆ ਰਿਹਾ ਹੈ ਨਾ, ਇਹੋ ਹੀ ਸੋਚ ਹੁੰਦੀ ਹੈ ਨਾ। ਤੇ ਫਿਰ ਇਹੋ ਜਿਹਾ ਸੁੱਖ, ਇਹੋ ਜਿਹਾ ਆਨੰਦ ਜੇ ਆਦਮੀ ਸੋਚੇ ਵੀ ਕਿਸੇ ਕੋਲੋਂ ਆ ਰਿਹਾ ਹੈ, ਤੇ ਕੋਈ ਦੇ ਰਿਹਾ ਹੈ, ਆਮ ਦੁਨਿਆਵੀ ਸੁੱਖ ਵੀ ਆਪਾਂ ਦੂਸਰੇ ਕੋਲ ਲੈਣਾ ਨਹੀਂ ਚਾਹੁੰਦੇ ਹਾਂ, ਕਿਉਂਕਿ ਆਦਮੀ ਅਧੀਨ ਹੋ ਜਾਂਦਾ ਹੈ ਨਾ। ਵੀ ਤੂੰ ਮੈਨੂੰ ਸੁੱਖ ਦੇ ਰਿਹਾ, ਇਹਦਾ ਮਤਲਬ ਮੈਂ ਤੇਰੇ ਅਧੀਨ ਹਾਂ।
ਇੱਦਾਂ ਹੀ ਸੋਚਦੇ ਹਨ ਆਪ। ਇਵੇਂ ਹੀ ਜਗਿਆਸੂ ਵੀ ਸੋਚਦਾ ਹੈ, ਕੋਈ ਕਿਵੇਂ ਦੇ ਸਕਦਾ ਹੈ। ਤੇ ਜਦੋਂ ਐਸਾ ਖਿਆਲ ਆ ਗਿਆ ਨਾ, ਕੋਈ ਕਿਵੇਂ ਦੇ ਸਕਦਾ ਹੈ, ਇਹ ਮੇਰੇ ਹੀ ਅੰਦਰੋਂ ਆ ਰਿਹਾ ਹੈ, ਮੇਰੇ ਹੀ ਕਾਰਨ ਆ ਰਿਹਾ, ਤੇ ਉਦੋਂ ਮੈਂ ਆ ਜਾਂਦੀ। ਜਿੱਥੇ ਮੈਂ ਆਈ ਉੱਥੇ ਹੀ ਡਿੱਗਣਾ ਹੋ ਜਾਂਦਾ। ਇੱਥੇ ਜ਼ਰੂਰਤ ਹੁੰਦੀ ਹੈ ਗੁਰ ਕਿਰਪਾ ਦੀ। ਜਦੋਂ ਹੀ ਮੈਂ ਆ ਗਈ, ਵਾਸ਼ਨਾ ਆ ਗਈ, ਚਾਹਤ ਆ ਗਈ, ਮਨ ਆ ਗਿਆ, ਤੇ ਉਸੇ ਵੇਲੇ ਫਿਰ ਵਾਪਸ ਸੰਸਾਰ ਦੇ ਵਿੱਚ। ਤੇ ਇਹਨੇ ਕਿਹਾ ਵੀ ਇਸ ਤਰ੍ਹਾਂ ਹੀ ਹੈ, ਹੋਇਆ ਵੀ ਇਹਦੇ ਨਾਲ ਇੱਦਾਂ ਹੀ। ਇਹ ਫਿਰ ਬਹੁਤ ਭਟਕਿਆ, ਫਿਰ ਥੱਲੇ ਆ ਕੇ, ਪਰ ਉਹ ਸਵਾਦ ਲਿਆ ਸੀ ਨਾ, ਤੇ ਹੁਣ ਹੌਲੀ ਹੌਲੀ ਫਿਰ ਉੱਧਰ ਨੂੰ ਹੀ ਚਾਲੇ ਪਾ ਦਿੱਤੇ ਹਨ। ਪਰ ਫਿਰ ਇਹਨੂੰ ਸੁਚੇਤ ਰਹਿਣ ਦੀ ਲੋੜ ਪਵੇਗੀ, ਕਿਉਂਕਿ ਫਿਰ ਹੋ ਸਕਦਾ ਹੈ ਵੈਸਾ ਹੀ ਹੋਵੇ। ਮਨ ਆਦਤ ਛੱਡੇਗਾ ਨਹੀਂ ਛੇਤੀ, ਖਿਆਲ ਵਿੱਚ ਰੱਖੋ। ਤੇ ਇਸ ਅਵਸਥਾ 'ਤੇ ਆਣ ਕੇ ਬਹੁਤੇ ਸਾਧਕ ਜਿਹੜੇ ਹਨ, ਅਭਿਆਸੀ ਹਨ, ਉਹ ਭਟਕ ਜਾਂਦੇ ਹਨ। ਇਸ ਅਵਸਥਾ 'ਤੇ ਆਣ ਕੇ ਬਹੁਤੇ ਸਾਧਕ ਅਗਰ ਨਾ ਸਹਾਰਾ ਫੜਨ, ਸਹਾਰਾ ਕੀ ਹੈ? ਜਿਵੇਂ ਆਪਾਂ ਕਹਿ ਲਈਏ ਵੀ ਕੋਟ ਆਪਾਂ ਪਾਇਆ ਹੋਇਆ ਸੀ ਪਹਿਲਾਂ, ਫਿਰ ਲਾ ਕੇ ਕਿੱਲੀ ਦੇ ਨਾਲ ਟੰਗ ਦਿੱਤਾ, ਕਿੱਲੀ ਦੇ ਸਹਾਰੇ ਟੰਗ ਦਿੱਤਾ। ਇੱਦਾਂ ਮਨ ਹੈ, ਮਨ ਨੂੰ ਗੁਰੂ ਦੇ ਸਹਾਰੇ ਛੱਡਣਾ ਹੈ। ਗੁਰੂ ਇੱਕ ਸਹਾਰਾ ਹੀ ਹੈ ਥੋੜ੍ਹੀ ਕੁਛ। ਮੈਂ ਕੋਈ ਬਹੁਤ ਵੱਡਾ ਗੁਰੂ ਥੋੜ੍ਹੀ ਹਾਂ। ਮੈਂ ਕਹਿ ਵੀ ਰਿਹਾ ਹਾਂ ਗੁਰੂ ਗੁਰੂ ਗੁਰੂ, ਗੱਲ ਵਾਰ-ਵਾਰ। ਮੈਨੂੰ ਕਈ ਵਾਰ ਲੱਗਦਾ ਵੀ ਹੈ ਵੀ ਤੁਹਾਨੂੰ ਵੀ ਲੱਗੇਗਾ ਵੀ ਇਹ ਵਾਰ-ਵਾਰ ਆਪਣੇ ਆਪ ਨੂੰ ਗੁਰੂ ਗੁਰੂ ਸਿੱਧ ਕਰੀ ਜਾਂਦਾ, ਪਰ ਕਹਿਣਾ ਪੈਂਦਾ ਹੈ। ਫਿਰ ਵੀ ਮੈਂ ਕਹਿ ਰਿਹਾ ਹਾਂ ਵੀ ਮੈਂ ਹੈ ਥੋੜ੍ਹੀ ਕੁਝ ਵੀ, ਤੁਹਾਡੇ ਵਰਗਾ ਹੀ ਬਿਲਕੁਲ ਨੋਰਮਲ ਜ਼ਿੰਦਗੀ ਜੀ ਰਿਹਾ, ਕੋਈ ਖਾਸ ਨਹੀਂ ਹੈ, ਵੈਸਾ ਹੀ ਸਰੀਰ ਹੈ। ਪਰ ਮੇਰੇ ਸਹਾਰੇ, ਇਸ ਨਾ ਚੀਜ਼ ਦੇ ਸਹਾਰੇ ਤੁਸੀਂ ਆਪਣੀ ਮੈਂ ਨੂੰ ਛੱਡ ਸਕਦੇ ਹੋ, ਆਪਣੀ ਹਉ ਨੂੰ ਛੱਡ ਸਕਦੇ ਹੋ, ਸਹਾਰਾ ਲੈ ਸਕਦੇ ਹੋ ਇੱਧਰੋਂ ਬਸ, ਅਗਰ ਤੁਹਾਨੂੰ ਚੰਗਾ ਲੱਗੇ ਤਾਂ। ਤੇ ਸਹਾਰਾ ਦਿੱਤਾ ਨਹੀਂ ਜਾਂਦਾ ਹੈ, ਸਹਾਰਾ ਲਿਆ ਜਾਂਦਾ ਹੈ। ਇਹ ਵੀ ਖਿਆਲ ਵਿੱਚ ਰੱਖਣਾ ਹੈ। ਹੁਣ ਮੈਂ ਤੁਹਾਨੂੰ ਜਾ ਕੇ ਕਹਾਂ ਵੀ ਲਿਆਓ ਆਪਣਾ, ਕੱਢੋ ਮਨ, ਰੱਖੋ ਚਰਨਾਂ ਦੇ ਵਿੱਚ, ਝੁਕਾਓ ਸੀਸ, ਇੱਦਾਂ ਸਹਾਰਾ ਜ਼ਬਰਦਸਤੀ ਨਹੀਂ ਦਿੱਤਾ ਜਾਂਦਾ, ਸਹਾਰਾ ਲਿਆ ਜਾਂਦਾ। ਤੇ ਗੁਰੂ ਦੀ ਮਹਿਮਾ, ਗੁਰ ਪ੍ਰਸਾਦ ਦੀ ਬਹੁਤੀ ਗੱਲ ਕੀਤੀ ਹੈ। ਇਹੋ ਹੀ ਹੈ ਗੁਰ ਪ੍ਰਸਾਦ। ਗੁਰ ਪ੍ਰਸਾਦ ਦਾ ਭਾਵ ਹੁੰਦਾ ਹੈ ਵੀ ਉਸ ਅਵਸਥਾ 'ਤੇ ਆਣ ਕੇ ਤੁਸੀਂ ਇਹ ਖਿਆਲ ਨਹੀਂ ਕਰਨਾ ਹੈ ਵੀ ਇਹ ਮੇਰੇ ਦੁਆਰਾ ਹੋ ਰਿਹਾ ਹੈ, ਮੇਰੀ ਸਾਧਨਾ ਨਾਲ ਹੋ ਰਿਹਾ ਹੈ, ਜਾਂ ਮੈਂ ਰਸ ਲੈ ਰਿਹਾ ਹਾਂ। ਉਸ ਅਵਸਥਾ 'ਤੇ ਆਣ ਕੇ ਤੇ ਮੈਂ ਰਹਿ ਹੀ ਨਾ ਜਾਵੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋ। ਇਹੋ ਹੀ ਕਿਹਾ ਹੈ ਨਾ। ਜਿਹੜੇ ਪਹੁੰਚ ਗਏ ਹਨ ਨਾ, ਉਹਨਾਂ ਨੇ ਵੀ ਕਿਹਾ ਹੈ, ਗੁਰ ਗੋਬਿੰਦ ਦੋਊ ਖੜੇ ਕਾਕੇ ਲਾਗੋਂ ਪਾਏ। ਕਹਿੰਦੇ ਬਲਿਹਾਰੀ ਗੁਰ ਆਪਣੇ, ਜਿਨ ਗੋਬਿੰਦ ਦੀ ਉਹ
ਉਹਨੂੰ ਗੋਬਿੰਦ ਦਾ ਪਤਾ ਵੀ ਲੱਗ ਗਿਆ, ਤਾਂ ਵੀ ਕਹਿੰਦੇ ਬਲਿਹਾਰੀ ਗੁਰਿਆ। ਭਾਵੇਂ ਕਿ ਸਾਡਾ ਮਨ ਜਿਹੜਾ ਸੀ ਨਾ, ਉਹਨੂੰ ਗੁਰੂ ਨੇ ਲੈ ਲਿਆ। ਗੁਰੂ ਦੁਆਰਾ ਪਰਮਾਤਮਾ ਦਿਖਿਆ, ਡਾਇਰੈਕਟ ਨਹੀਂ ਦਿਖਿਆ ਹੈ। ਹੁਣ ਕਬੀਰ ਜੀ ਡਾਇਰੈਕਟ ਵੀ ਦੇਖ ਹੀ ਸਕਦੇ ਸੀ, ਦੇਖਣ ਨੂੰ ਸੀ ਕੀ ਸੀ, ਤੇ ਗੁਰੂ ਨੇ ਵੀ ਬਹੁਤਾ ਕੁਛ ਉਹਨਾਂ ਵਾਸਤੇ ਕੀਤਾ ਨਹੀਂ। ਸਿਰਫ ਸਹਾਰਾ ਗੁਰੂ ਨੂੰ ਚੁਣ ਲਿਆ, ਆਪਣੀ ਹਉਂ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀ, ਆਪਣੀ ਮੈਂ ਰੱਖ ਦਿੱਤੀ, ਆਪਣਾ ਮਨ ਰੱਖ ਦਿੱਤਾ। ਮਨ ਦੇ ਰਾਮ ਲਿਆ ਹੈ, ਤੇ ਇਸ ਅਵਸਥਾ 'ਤੇ ਆਣ ਕੇ ਮਨ ਭੇਟ ਕਰਨਾ ਹੈ। ਤੇ ਜਿਹੜਾ ਖਿਆਲ ਕਰ ਲੈਂਦਾ ਹੈ ਨਾ, ਮੇਰੇ ਦੁਆਰਾ ਹੋ ਰਿਹਾ ਹੈ, ਮੇਰੀ ਸਾਧਨਾ ਨਾਲ ਹੋ ਰਿਹਾ ਹੈ, ਆਪਣੇ ਆਪ ਨੂੰ ਅਜੇ ਖਿਆਲ ਕਰਦਾ ਹੈ ਵੀ ਮੈਂ ਜਾਣਦਾ, ਇਹ ਮਿਟਣਾ ਨਹੀਂ ਚਾਹੁੰਦਾ ਹੈਗਾ। ਇਹਦਾ ਭਾਵ ਇਹੋ ਹੀ ਹੋਇਆ, ਮਿਟਣਾ ਨਹੀਂ ਚਾਹੁੰਦਾ। ਅਜੇ ਮੈਂ ਬਣੀ ਹੋਈ ਖਿਆਲ ਕਰਦਾ ਹੈ, ਮੈਂ ਲੈ ਰਿਹਾ ਹਾਂ ਰਸ, ਮੇਰੇ ਦੁਆਰਾ ਆ ਰਿਹਾ। ਤੋ ਖਵਾਇਸ਼ ਬਣ ਜਾਂਦੀ ਵੀ ਹੋਰ ਲਵਾਂ, ਹੋਰ ਆਵੇ, ਹੋਰ ਮਿਲੇ, ਬਸ ਉਹ ਫਿਰ ਵਾਪਸ ਆ ਜਾਂਦਾ ਹੈ ਉਸੇ ਜਗ੍ਹਾ 'ਤੇ ਪਿੱਛੇ। ਤੇ ਗੁਰੂ ਦੀ ਕਿਰਪਾ ਆਖਰੀ ਕਦਮ 'ਤੇ ਜ਼ਿਆਦਾ ਹੁੰਦੀ ਹੈ। ਪਹਿਲੇ ਕਦਮ 'ਤੇ ਸਾਧਕ ਆਪ ਵੀ ਪਟ ਲੈਂਦਾ, ਦਰ ਤੱਕ ਤੇ ਆਪ ਵੀ ਜਾ ਸਕਦਾ ਹੈ। ਆਪ ਚਲੇ ਜਾਂਦੇ ਹਨ ਕਈ ਸਾਧਕ ਦਰ ਤੱਕ, ਪਰ ਦਰ 'ਤੇ ਆਣ ਕੇ ਸਭ ਕੁਝ ਛੱਡਣਾ ਹੈ ਨਾ। ਕਹਿੰਦੇ ਨਾ, ਬੱਜਰ ਕਪਾਟ ਨਾ ਖੁੱਲ੍ਹੇ, ਗੁਰ ਸ਼ਬਦ ਖੁੱਲੀ ਜੀ। ਉੱਥੇ ਤੁਸੀਂ ਨਹੀਂ ਖੋਲ੍ਹ ਸਕਦੇ, ਉੱਥੇ ਤੇ ਸਭ ਕੁਝ ਛੱਡਣਾ ਹੈ।